Good morning, everyone. This is Kulraj Singh, lecturer, Guru Nanak Dev Polytechnic College, Civil Department. I will teach you the subject fluid mechanics. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹੈ ਕੁਲਰਾਜ ਸਿੰਘ ਲੈਕਚਰਰ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ ਸਿਵਲ ਡਿਪਾਰਟਮੈਂਟ ਮੈਂ ਤੁਹਾਨੂੰ ਫਲੂਇਡ ਮਕੈਨਿਕ ਸਬਜੈਕਟ ਪੜ੍ਹਾਵਾਂਗਾ in this semester. So let us have a brief introduction about fluid mechanics. What is mechanics? Fluid mechanics is the combination of two words. One is fluid and another is mechanics. So first of all, let us discuss about mechanics. Mechanics ki hunda? Mechanics is the oldest physical science that deals with both stationary and moving bodies under the influence of forces. Mechanics ਕੀ ਹੈ ਇੱਕ ਫਿਜ਼ੀਕਲ ਸਾਇੰਸ ਦੀ ਓਲਡੈਸਟ ਬ੍ਰਾਂਚ ਹੈ ਜਿਹੜੀ ਕਿ ਡੀਲ ਕਰਦੀ ਹੈ ਕਿ ਸਟੱਡੀ ਕਰਦੀ ਹੈ ਉਹਨਾਂ ਬੋਡੀਜ਼ ਨੂੰ ਜਿਹੜੀਆਂ ਕਿ ਸਟੇਸ਼ਨਰੀ ਨੇ ਤੇ ਮੂਵ ਕਰ ਰਹੀਆਂ ਨੇ ਦੋਨਾਂ ਨੂੰ ਸਟੱਡੀ ਕਰਦੀ ਹੈ ਸੋ ਵਾਟ ਇਜ਼ ਮਕੈਨਿਕ ਇਟ ਇਜ਼ ਦੀ ਓਲਡੈਸਟ ਫਿਜ਼ੀਕਲ ਸਾਇੰਸ ਸਿੰਪਲ ਲੈਂਗੁਏਜ ਦੇ ਵਿੱਚ ਕੀ ਹੈ ਕਿ ਮਕੈਨਿਕਸ ਉਹ ਬ੍ਰਾਂਚ ਹੈ ਜਿਹੜੀ ਸਟੇਸ਼ਨਰੀ ਜਿਹੜੀਆਂ ਖੜੀਆਂ ਚੀਜ਼ਾਂ ਨੇ ਤੇ ਮੂਵਿੰਗ ਜਿਹੜੀਆਂ ਮੂਵ ਕਰ ਰਹੀਆਂ ਨੇ ਗਤੀ ਦੇ ਵਿੱਚ ਨੇ ਉਹਨਾਂ ਨੂੰ ਸਟੱਡੀ ਕਰ ਰਹੀ ਆ ਅੰਡਰ ਦਾ ਇਨਫਲੂਐਂਸ ਆਫ ਫੋਰਸਿਸ ਠੀਕ ਹੈ ਉਹ ਜਿਹੜੀਆਂ ਖੜੀਆਂ ਤੇ ਚੱਲ ਰਹੀਆਂ ਬੋਡੀਜ਼ ਨੇ ਉਹ ਅੰਡਰ ਕਿਸੇ ਫੋਰਸ ਦੇ ਇਨਫਲੂਐਂਸ ਦੇ ਅੰਡਰ ਨੇ ਮਤਲਬ ਕਿਸੇ ਫੋਰਸ ਦੇ ਕਿਸੇ ਦਬਾਅ ਦੇ ਕਿਸੇ ਤਾਕਤ ਦੇ ਪ੍ਰਭਾਵ ਦੇ ਅੰਡਰ ਨੇ ਕਲੀਅਰ Next, what is fluid mechanics? Fluid mechanics is defined as the science that deals with the behavior of fluids at rest or in motion and the interaction of fluids with solid or other fluids at the boundaries. Now, mechanics ਕੀ ਹੁੰਦਾ ਕਿ ਉਹ ਬ੍ਰਾਂਚ ਸਾਇੰਸ ਦੀ ਜਿਹੜੀ ਮੂਵ ਕਰ ਰਹੀਆਂ ਤੇ ਖੜੀਆਂ ਬੋਡੀਜ਼ ਨੂੰ ਸਟੱਡੀ ਕਰਦੀ ਆ ਅੰਡਰ ਦਾ ਇਨਫਲੂਐਂਸ ਆਫ ਫੋਰਸਿਸ ਫਲੂਇਡ ਮਕੈਨਿਕ ਕੀ ਆ ਫਲੂਇਡ ਮਕੈਨਿਕ ਉਹ ਬ੍ਰਾਂਚ ਆਫ ਸਾਇੰਸ ਆ ਜਿਹੜੀ ਕਿ ਸਪੈਸੀਫਿਕਲੀ ਫਲੂਇਡ ਜਦੋਂ ਆਪਾਂ ਮਕੈਨਿਕਸ ਦੀ ਗੱਲ ਕਰਦੇ ਹਾਂ ਉਦੋਂ ਸਭ ਕੁਛ ਆ ਜਾਂਦਾ ਉਹਦੇ ਵਿੱਚ ਸੋਲਿਡ ਵੀ ਆ ਜਾਂਦਾ ਲਿਕੁਇਡ ਵੀ ਆ ਜਾਂਦਾ ਗੈਸ ਵੀ ਆ ਜਾਂਦਾ ਐਜ਼ ਵੀ ਆਲ ਨੋ ਕਿ ਮੈਟਰ ਜਿਹੜਾ ਹੈਗਾ ਕੋਈ ਪਦਾਰਥ ਹੈ ਉਹ ਯੂਨੀਵਰਸ ਦੇ ਵਿੱਚ 3 ਸਟੇਜਸ ਦੇ ਵਿੱਚ ਅਕਰ ਕਰਦਾ ਹੈ ਉਹਦੀ ਹੋਂਦ ਜਿਹੜੀ ਹੈਗੀ ਆ 3 ਸਟੇਜਸ ਦੇ ਵਿੱਚ ਹੁੰਦੀ ਹੈ ਪਹਿਲੀ ਹੈਗੀ ਆ ਤਰਲ ਪੰਜਾਬੀ ਦੇ ਵਿੱਚ ਇੰਗਲਿਸ਼ 'ਚ ਲਿਕੁਇਡ ਦੂਜੀ ਹੈਗੀ ਆ ਠੋਸ ਇੰਗਲਿਸ਼ 'ਚ ਸੋਲਿਡ ਥਰਡ ਹੈਗੀ ਆ ਗੈਸ ਮਤਲਬ ਹਵਾ ਠੀਕ ਹੈ ਇਹ ਤਿੰਨੇ ਸਟੇਜਸ ਨੇ ਜਿਨ੍ਹਾਂ ਦੇ ਵਿੱਚ ਕੋਈ ਵੀ ਮੈਟਰ ਜਿਹੜਾ ਐਗਜ਼ਿਸਟ ਕਰਦਾ ਇਨ ਯੂਨੀਵਰਸ ਹੋਰ ਕੋਈ ਤੀਜੀ ਸਟੇਜ ਨਹੀਂ ਹੈਗੀ ਸੋ ਜੇ ਆਪਾਂ ਮਕੈਨਿਕਸ ਦੀ ਗੱਲ ਕਰਦੇ ਹਾਂ ਤਾਂ ਕੋਈ ਵੀ ਚੀਜ਼ ਹੋ ਸਕਦੀ ਹੈ ਉਹ ਸੋਲਿਡ ਹੋ ਸਕਦੀ ਆ ਲਿਕੁਇਡ ਹੋ ਸਕਦੀ ਹੈ ਗੈਸ ਹੋ ਸਕਦੀ ਹੈ ਬਟ ਜਦੋਂ ਮੈਂ ਫਲੂਇਡ ਮਕੈਨਿਕਸ ਦੀ ਗੱਲ ਕਰਾਂ ਤਾਂ ਇੱਕ ਮਟੀਰੀਅਲ ਮੈਂ ਫਿਕਸ ਕਰਤਾ ਦੈਟ ਇਜ਼ ਫਲੂਇਡ ਆਪਾਂ ਅੱਗੇ ਡਿਸਕਸ ਕਰਾਂਗੇ ਨੈਕਸਟ ਸਲਾਈਡ ਦੇ ਵਿੱਚ ਕਿ ਫਲੂਇਡ ਹੁੰਦਾ ਕੀ ਹੈ ਫਲੂਇਡ ਇੱਕ ਸਪੋਜ਼ ਹੁਣ ਇੱਥੇ ਕੰਸੀਡਰ ਕਰ ਲਓ ਕੋਈ ਮਟੀਰੀਅਲ ਹੈ ਇਹ ਫਲੂਇਡ ਜਿਹੜਾ ਮਟੀਰੀਅਲ ਹੈ ਉਹਦੇ ਰਿਗਾਰਡਿੰਗ ਜਿਹੜਾ ਆਪਾਂ ਮਕੈਨਿਕ ਸਟੱਡੀ ਕਰਦੇ ਹਾਂ ਫਲੂਇਡ ਜਦੋਂ ਰੈਸਟ ਤੇ ਆ ਉਦੋਂ ਜਦੋਂ ਉਹਨੂੰ ਸਟੱਡੀ ਕਰਦੇ ਹਾਂ ਅਤੇ ਫਲੂਇਡ ਜਦੋਂ ਮੋਸ਼ਨ ਦੇ ਵਿੱਚ ਆ ਉਦੋਂ ਉਹਨੂੰ ਸਟੱਡੀ ਕਰਦੇ ਹਾਂ ਐਂਡ ਆਲਸੋ ਇੱਕ ਹੋਰ ਚੀਜ਼ ਐਡ ਹੁੰਦੀ ਹੈ ਇਹਦੇ ਵਿੱਚ ਐਂਡ ਦ ਇੰਟਰੈਕਸ਼ਨ ਆਫ ਫਲੂਇਡ ਵਿਦ ਸੋਲਿਡਸ ਔਰ ਅਦਰ ਫਲੂਇਡਸ ਐਟ ਦਾ ਬਾਉਂਡਰੀ ਕਿ ਇਹਦਾ ਫਲੂਇਡ ਦਾ ਸੋਲਿਡ ਨਾਲ ਕੀ ਇੰਟਰੈਕਸ਼ਨ ਹੈ ਤੇ ਦੂਜੇ ਫਲੂਇਡ ਨਾਲ ਇਹਦਾ ਕੀ ਇੰਟਰੈਕਸ਼ਨ ਹੈ ਉਹ ਵੀ ਆਪਾਂ ਫਲੂਇਡ ਮਕੈਨਿਕਸ ਦੇ ਵਿੱਚ ਸਟੱਡੀ ਕਰਦੇ ਹਾਂ ਸੋ ਤਿੰਨ ਚੀਜ਼ਾਂ ਨੇ ਨੰਬਰ 1 ਇਹਦੇ ਫਲੂਇਡ ਮਕੈਨਿਕਸ 'ਚ ਆਪਾਂ ਕੀ ਸਟੱਡੀ ਕਰਦੇ ਹਾਂ ਬਿਹੇਵੀਅਰ ਆਫ ਫਲੂਇਡ ਐਟ ਰੈਸਟ ਨੰਬਰ 2 ਬਿਹੇਵੀਅਰ ਆਫ ਫਲੂਇਡਸ ਇਨ ਮੋਸ਼ਨ ਥਰਡ ਨੰਬਰ ਕੀ ਆ ਦ ਇੰਟਰੈਕਸ਼ਨ ਆਫ ਫਲੂਇਡ ਵਿਦ ਦ ਸੋਲਿਡ ਔਰ ਅਦਰ ਫਲੂਇਡਸ ਐਟ ਦ ਬਾਉਂਡਰੀਜ਼ Now following are the two branches of fluid mechanics. First is fluid static, second is fluid dynamics. Fluid dynamics ਦੇ ਅੱਗੋਂ ਦੋ parts ਨੇ fluid kinematics and fluid kinetics. So let me give a brief explanation of fluid. Fluid ਕੀ ਹੁੰਦਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਟਰ ਜਿਹੜਾ ਹੈਗਾ ਉਹ ਯੂਨੀਵਰਸ ਦੇ ਵਿੱਚ 3 ਸਟੇਜਸ ਦੇ ਵਿੱਚ ਐਗਜ਼ਿਸਟ ਕਰਦਾ ਨੰਬਰ 1 ਸੋਲਿਡ ਨੰਬਰ 2 ਲਿਕੁਇਡ ਨੰਬਰ 3 ਗੈਸ ਸੋ
ਜਿਹੜੇ ਫਲੂਇਡ ਨੇ, ਜਿੰਨੇ ਵੀ ਮੈਟਰ ਲਿਕੁਇਡ ਤੇ ਜਿੰਨਾ ਵੀ ਮੈਟਰ ਗੈਸ ਆ, ਉਹ ਫਲੂਇਡ ਦੇ ਅੰਡਰ ਆਉਂਦਾ। ਮੈਂ ਦੁਬਾਰਾ ਰਿਪੀਟ ਕਰਦਾ ਕਿ ਜੋ ਵੀ ਚੀਜ਼ਾਂ, ਜੋ ਵੀ ਮੈਟਰ, ਕੋਈ ਪਦਾਰਥ ਲਿਕੁਇਡ ਫਾਰਮ ਦੇ, ਤਰਲ ਫਾਰਮ 'ਚ ਐਗਜ਼ਿਸਟ ਕਰਦਾ, ਉਹਨੂੰ ਵੀ ਮੈਂ ਫਲੂਇਡ ਕਹੂੰਗਾ। ਕੋਈ ਵੀ ਮੈਟਰ ਜੇ ਗੈਸ ਫਾਰਮ 'ਚ ਐਗਜ਼ਿਸਟ ਕਰਦਾ, ਉਹਨੂੰ ਵੀ ਮੈਂ ਫਲੂਇਡ ਕਹੂੰਗਾ। ਸੋ ਫਲੂਇਡ ਦੇ ਵਿੱਚ ਲਿਕੁਇਡ ਤੇ ਗੈਸ ਦੋਨੇ ਆ ਜਾਂਦੀਆਂ। ਸੋ ਵੀ ਕੈਨ ਆਲਸੋ ਸੇ ਕਿ ਜਿਹੜਾ ਮੈਟਰ ਹੈ ਉਹਦੀਆਂ ਸਿਰਫ ਦੋ ਸਟੇਜਸ ਨੇ, ਇੱਕ ਹੈਗੀ ਆ ਫਲੂਇਡ, ਦੂਜੀ ਹੈਗੀ ਆ ਸੋਲਿਡ। ਫਲੂਇਡ ਦੇ ਅੰਡਰ ਅੱਗੇ ਦੋ ਕੈਟੇਗਰੀਜ਼ ਆ ਜਾਂਦੀਆਂ ਨੇ, ਜਿਹੜੀਆਂ ਕੀ ਆ ਲਿਕੁਇਡ ਤੇ ਦੂਜੀ ਕੀ ਆ ਗੈਸ। ਨਾਓ ਵਾਟ ਇਜ਼ ਫਲੂਇਡ ਸਟੈਟਿਕਸ? ਫਲੂਇਡ ਸਟੈਟਿਕਸ ਕੀ ਹੈ? ਸੇਮ ਫਲੂਇਡ ਮਕੈਨਿਕ ਦੇ ਵਿੱਚ ਕੀ ਆ ਕਿ ਜਦੋਂ ਆਪਾਂ ਫਲੂਇਡ ਨੂੰ ਸਟੱਡੀ ਕਰਨਾ ਐਟ ਰੈਸਟ ਐਂਡ ਇਨ ਮੋਸ਼ਨ, ਦੋਨੇ ਚੀਜ਼ਾਂ ਆ ਜਾਂਦੀਆਂ ਕਿ ਜਦੋਂ ਫਲੂਇਡ ਚੱਲ ਰਿਹਾ ਹੈ, ਤੇ ਦੂਜੀ ਕੀ ਆ ਜਦੋਂ ਫਲੂਇਡ ਖੜਾ ਆ, ਤੇ ਤੀਜੀ ਇੱਕ ਹੋਰ ਚੀਜ਼ ਹੈ ਇੰਟਰੈਕਸ਼ਨ ਵਿਦ ਦ ਸੋਲਿਡਸ। ਫਲੂਇਡ ਸਟੈਟਿਕ ਦੇ ਵਿੱਚ ਕੀ ਹੈ, ਜਦੋਂ ਆਪਾਂ ਫਲੂਇਡ ਨੂੰ ਸਿਰਫ ਉਦੋਂ ਸਟੱਡੀ ਕਰਦੇ ਜਦੋਂ ਉਹ ਰੈਸਟ ਤੇ ਆ, ਸਿਰਫ ਖੜਾ ਆ, ਮੂਵ ਨਹੀਂ ਕਰ ਰਿਹਾ, ਉਹਨੂੰ ਆਪਾਂ ਕਵਾਂਗੇ ਫਲੂਇਡ ਸਟੈਟਿਕਸ। ਫਲੂਇਡ ਡਾਇਨਾਮਿਕਸ ਕੀ ਆ? ਜਦੋਂ ਫਲੂਇਡ ਮੂਵ ਕਰ ਰਿਹਾ, ਉਹਨੂੰ ਆਪਾਂ ਕਵਾਂਗੇ ਫਲੂਇਡ ਡਾਇਨਾਮਿਕਸ। Now what is fluid kinematics and fluid kinetics? fluid kinematics ਦੇ ਵਿੱਚ ਕੀ ਆ, ਆਪਾਂ ਫਲੂਇਡ ਨੂੰ ਸਟੱਡੀ ਕਰਦੇ ਆ। ਦੇਖੋ ਫਲੂਇਡ ਜਦੋਂ ਮੋਸ਼ਨ ਦੇ ਵਿੱਚ ਹੁੰਦਾ ਆ, ਉਹ ਜਾਂ ਕੋਈ ਵੀ ਮੈਂ ਚੀਜ਼ ਕਵਾਂ ਮੋਸ਼ਨ ਦੇ ਵਿੱਚ ਹੈ, ਗਤੀ ਦੇ ਵਿੱਚ ਹੈ ਜਾਂ ਖੜੀ ਹੈ, ਤਾਂ ਉਹਦੇ ਉੱਤੇ ਕੋਈ ਨਾ ਕੋਈ ਫੋਰਸ ਜ਼ਰੂਰ ਲੱਗ ਰਹੀ ਹੁੰਦੀ ਹੈ, ਉੱਤੇ ਕੋਈ ਨਾ ਕੋਈ ਫੋਰਸ ਦਾ ਪ੍ਰਭਾਵ ਹੁੰਦਾ, ਚਾਹੇ ਉਹ ਫ੍ਰਿਕਸ਼ਨ ਹੋਵੇ, ਚਾਹੇ ਗ੍ਰੈਵਿਟੀ ਫੋਰਸ ਹੋਵੇ, ਜਾਂ ਕੋਈ ਐਨੀ ਅਦਰ ਐਕਸਟਰਨਲ ਫੋਰਸ ਵੀ ਹੋ ਸਕਦੀ ਹੈ, ਮੈਨ ਮੇਡ ਫੋਰਸ ਵੀ ਹੋ ਸਕਦੀ ਹੈ। So what I want to say, what is fluid kinematics? ਇਹਦੇ ਵਿੱਚ both A and B, in both the terms fluid kinematics and fluid kinetics, we study the fluid in motion. ਦੋਨਾਂ ਦੇ ਵਿੱਚ ਆਪਾਂ ਫਲੂਇਡ ਨੂੰ ਮੋਸ਼ਨ ਦੇ ਵਿੱਚ ਸਟੱਡੀ ਕਰਦੇ ਹਾਂ। ਫਲੂਇਡ ਕਾਇਨੈਮੈਟਿਕਸ ਦੇ ਵਿੱਚ ਕੀ ਆ, ਆਪਾਂ ਫਲੂਇਡ ਨੂੰ ਸਟੱਡੀ ਕਰਦੇ ਹਾਂ ਵਿਦਆਊਟ ਕੰਸੀਡਰਿੰਗ ਦਾ forces causing the motion. मैं repeat करदा, fluid kinematics is that branch of science which deals with the study of fluid in motion without considering the forces that causes the motion. ਕੀ ਹੈ ਕਿ ਫਲੂਇਡ ਕਾਇਨੈਮੈਟਿਕਸ ਦੇ ਵਿੱਚ ਆਪਾਂ ਫਲੂਇਡ ਨੂੰ ਸਟੱਡੀ ਕਰਦੇ ਹਾਂ ਕਿ ਜਿਹੜਾ ਮੂਵ ਕਰ ਰਿਹਾ ਫਲੂਇਡ, ਉਹਨੂੰ ਆਪਾਂ ਸਟੱਡੀ ਕਰਦੇ ਹਾਂ, ਬਟ ਆਪਾਂ ਉਹ ਫੋਰਸਿਸ ਨਿਗਲੈਕਟ ਕਰ ਦਿੰਦੇ ਆ, ਉਹ ਫੋਰਸਿਸ ਨੂੰ ਆਪਾਂ ਨਹੀਂ ਕੰਸੀਡਰ ਕਰਦੇ, ਜਿੰਨਾ ਕਰਕੇ ਫਲੂਇਡ ਮੂਵ ਕਰ ਰਿਹਾ, ਗਤੀ ਦੇ ਵਿੱਚ ਹੈ। ਕਲੀਅਰ? ਓਕੇ, ਸੋ ਵਾਟ ਇਜ਼ ਫਲੂਇਡ ਕਾਇਨੈਟਿਕਸ? ਇਹਦੇ ਵਿੱਚ ਕੀ ਆਪਾਂ ਫੋਰਸਿਸ ਨੂੰ ਕੰਸੀਡਰ ਕਰਦੇ ਹਾਂ। ਕਲੀਅਰ? ਨੈਕਸਟ, ਫਲੂਇਡ ਕਾਇਨੈਟਿਕਸ ਦੇ ਵਿੱਚ ਵੀ ਆਪਾਂ ਫਲੂਇਡ ਇਨ ਮੋਸ਼ਨ ਸਟੱਡੀ ਕਰਦੇ ਹਾਂ, ਬਟ ਇਹਦੇ ਵਿੱਚ ਫੋਰਸਿਸ ਕੰਸੀਡਰ ਕਰ ਲੈਂਦੇ ਆਪਾਂ। What is fluid statics? Again, the study of fluid at rest is called fluid statics. ठीक है, ਇਹਦੀ ਐਗਜ਼ਾਮਪਲ ਦਿੱਤੀ ਹੋਈ ਹੈ ਜਿੱਦਾਂ ਤੁਸੀਂ ਪਿਕਚਰ ਦੇ ਵਿੱਚ ਦੇਖ ਸਕਦੇ ਹੋ। This is the dam. This portion is dam. Let me highlight it. This portion is dam. This whole arrangement is dam. The structure in brownish color or skin color. This is dam which is holding back the water. This blue color diagram is water. So what this dam is doing, this structure arrangement is holding this water to flow in this direction. So this is where we apply the fluid statics. So we will design this dam by considering the fluid statics law which will be applied on this water to hold. So see, this dam should not fail. ਇਹ ਡੈਮ ਜਿਹੜਾ ਹੈਗਾ
ਇਹ ਵਾਟਰ ਜਿਹੜਾ ਇਹਦੇ ਪਿੱਛੇ ਪਾਣੀ ਖੜਾ ਉਹਦੇ ਕਰਕੇ ਫੇਲ ਨਹੀਂ ਹੋਣਾ ਚਾਹੀਦਾ, ਇਹ ਡੈਮ ਖੜਾ ਰਹਿਣਾ ਚਾਹੀਦਾ ਇਹਦੇ ਪਿੱਛੇ ਪਾਣੀ ਪਾਇਆ। ਸੋ ਇੱਥੇ ਫਲੂਇਡ ਸਟੈਟਿਕ ਦੀ ਆਪਾਂ ਨੂੰ ਲੋੜ ਪੈਂਦੀ ਹੈ। ਕਲੀਅਰ? We will discuss further in detail also. This is just brief introduction. Next, fluid dynamics. The study of fluids in motion where pressure forces are not considered is called fluid kinematics, and if pressure forces are also considered for the fluids in motion, that branch of science is called fluid dynamics. As I explained earlier, कि ਜਦੋਂ ਆਪਾਂ ਫਲੂਇਡ ਜਿਹੜਾ ਮੂਵ ਕਰ ਰਿਹਾ ਉਹਦੀਆਂ ਆਪਾਂ ਫੋਰਸਿਸ ਨਹੀਂ ਕੰਸੀਡਰ ਕਰਦੇ। ਜਦੋਂ ਫਲੂਇਡ ਮੂਵ ਕਰ ਰਿਹਾ ਆਪਾਂ ਉਹਦੀਆਂ ਫੋਰਸਿਸ ਨਹੀਂ ਕੰਸੀਡਰ ਕਰਦੇ, ਜਿਹਦੇ ਕਰਕੇ ਉਹ ਮੂਵ ਕਰ ਰਿਹਾ, ਉਹਨੂੰ ਆਪਾਂ ਕਹਿੰਦੇ ਆ ਫਲੂਇਡ ਕਾਇਨੈਮੈਟਿਕਸ। ਮੈਂ ਰਿਪੀਟ ਕਰਦਾ ਦੁਬਾਰਾ, ਉਹ ਬ੍ਰਾਂਚ ਸਾਇੰਸ ਦੀ ਜਿਹਦੇ ਵਿੱਚ ਆਪਾਂ ਫਲੂਇਡ ਇਨ ਮੋਸ਼ਨ ਸਟੱਡੀ ਕਰਦੇ ਹਾਂ, ਫਲੂਇਡ ਜਿਹੜਾ ਮੂਵ ਕਰ ਰਿਹਾ ਉਹਨੂੰ ਸਟੱਡੀ ਕਰਦੇ ਹਾਂ ਵਿਦਆਊਟ ਕੰਸੀਡਰਿੰਗ ਦਾ ਫੋਰਸਿਸ ਕਾਜ਼ਿੰਗ ਦਾ ਮੋਸ਼ਨ। ਉਹ ਆਪਾਂ ਫੋਰਸਿਸ ਨਹੀਂ ਕੰਸੀਡਰ ਕਰਦੇ ਜਿਨ੍ਹਾਂ ਕਰਕੇ ਫਲੂਇਡ ਮੂਵ ਕਰ ਰਿਹਾ ਹੈ। On the other hand, what is fluid dynamics? ਸੇਮ ਚੀਜ਼ ਹੈ, ਫਲੂਇਡ ਕਾਇਨੈਮੈਟਿਕ ਤੇ ਫਲੂਇਡ ਡਾਇਨਾਮਿਕਸ ਇੱਕ ਇਹਨਾਂ ਦੇ ਵਿੱਚ ਚੀਜ਼ ਕਾਮਨ ਹੈ ਕਿ ਆਪਾਂ ਇਹਦੇ ਵਿੱਚ ਮੂਵ ਕਰ ਰਹੇ ਫਲੂਇਡ ਨੂੰ ਸਟੱਡੀ ਕਰਦੇ ਹਾਂ। ਫਰਕ ਕੀ ਹੈ? ਕਾਇਨੈਮੈਟਿਕਸ ਦੇ ਵਿੱਚ ਆਪਾਂ ਫੋਰਸਿਸ ਨਹੀਂ ਕੰਸੀਡਰ ਕਰਦੇ ਜਿਨ੍ਹਾਂ ਕਰਕੇ ਫਲੂਇਡ ਮੂਵ ਕਰ ਰਿਹਾ, ਡਾਇਨਾਮਿਕਸ ਦੇ ਵਿੱਚ ਆਪਾਂ ਫੋਰਸਿਸ ਕੰਸੀਡਰ ਕਰਦੇ ਹਾਂ, ਉਹਨਾਂ ਦੀ ਵੀ ਸਟੱਡੀ ਕਰਦੇ ਹਾਂ ਵੀ ਫਲੂਇਡ ਕਿਉਂ ਮੂਵ ਕਰ ਰਿਹਾ, ਕਿਹੜੀਆਂ ਫੋਰਸਿਸ ਨੇ। I think that much explanation is sufficient. Now what is fluid? I explained earlier. Let me explain once more. A substance exists in three primary phases: solid, liquid and gas. A substance in liquid or gas phase is termed as fluid. ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਆ, ਨਹੀਂ ਪਤਾ ਤਾਂ ਹੁਣ ਪਤਾ ਲੱਗ ਜੂਗਾ ਕਿ ਕੋਈ ਵੀ ਪਦਾਰਥ ਜਿਹੜਾ ਹੈਗਾ ਯੂਨੀਵਰਸ ਦੇ ਵਿੱਚ, ਬ੍ਰਹਮਾਂਡ ਦੇ ਵਿੱਚ, ਧਰਤੀ ਤੇ ਕਿਤੇ ਵੀ ਜਿੱਥੇ ਵੀ ਤੁਹਾਨੂੰ ਸਪੇਸ ਦਿਖਦੀ ਹੈ ਯੂਨੀਵਰਸ ਦੇ ਵਿੱਚ, ਕੋਈ ਵੀ ਪਦਾਰਥ ਤਿੰਨ ਫੇਸਿਸ ਦੇ ਵਿੱਚ ਐਗਜ਼ਿਸਟ ਕਰਦਾ। ਪਹਿਲੀ ਹੈਗੀ ਆ ਸੋਲਿਡ ਮਤਲਬ ਠੋਸ, ਦੂਜੀ ਲਿਕੁਇਡ ਮਤਲਬ ਤਰਲ, ਤੀਜੀ ਹੈਗੀ ਗੈਸ ਮਤਲਬ ਹਵਾ। ਇਹਨਾਂ ਤਿੰਨਾਂ ਸਟੇਜਿਸ ਦੇ ਵਿੱਚ, ਫੇਸਿਸ ਦੇ ਵਿੱਚ ਆਪਣਾ ਕੋਈ ਵੀ ਪਦਾਰਥ ਜਿਹੜਾ ਐਗਜ਼ਿਸਟ ਕਰਦਾ। A substance in liquid or gas phase is termed as fluid, as I explained earlier. ਕਿ ਕੋਈ ਵੀ ਪਦਾਰਥ ਗੈਸ ਯਾਨੀ ਕਿ ਹਵਾ ਦੇ ਫੋਰਮ ਦੇ ਵਿੱਚ ਹੈਗਾ, ਹਵਾ ਦੇ ਰੂਪ ਦੇ ਵਿੱਚ, ਜਾਂ ਲਿਕੁਇਡ ਯਾਨੀ ਕਿ ਤਰਲ, ਕੋਈ ਵੀ ਚੀਜ਼ ਹਵਾ ਜਾਂ ਤਰਲ ਦੇ ਰੂਪ ਵਿੱਚ ਕੋਈ ਐਗਜ਼ਿਸਟ ਕਰਦੀ ਆ ਧਰਤੀ ਤੇ, ਯੂਨੀਵਰਸ ਦੇ ਵਿੱਚ, ਬ੍ਰਹਮਾਂਡ ਦੇ ਵਿੱਚ, ਉਹਨੂੰ ਆਪਾਂ ਕਹਿੰਦੇ ਆ ਫਲੂਇਡ। ਕਲੀਅਰ? Anything that has capacity to flow is called fluid. There is another definition of fluid ਕਿ ਕੋਈ ਵੀ ਚੀਜ਼ ਜਿਹੜੀ ਫਲੋ ਕਰ ਸਕਦੀ ਆ, ਪਾਣੀ ਆ ਫਲੋ ਕਰ ਸਕਦਾ ਹੈ, ਸ਼ਹਿਦ ਆ ਉਹ ਫਲੋ ਕਰ ਸਕਦਾ ਆ, ਠੀਕ ਹੈ, ਹਵਾ ਵੀ ਵਹਿੰਦੀ ਆ, ਠੀਕ ਹੈ, ਹਵਾ ਵੀ ਫਲੋ ਕਰਦੀ ਆ, ਫਲੋ ਕਰਨਾ ਮਤਲਬ ਵਹਿਣਾ, ਠੀਕ ਹੈ, ਕੋਈ ਵੀ ਚੀਜ਼ ਜਿਹੜੀ ਫਲੋ ਕਰ ਸਕਦੀ ਆ that is fluid. Clear? Next, what is the difference between liquids and gases? First, a liquid mass has a definite volume but no shape. It takes the shape of container in which it is contained. This is very simple characteristics of liquid ਕਿ ਆਪਾਂ ਜਦੋਂ ਕਿਸੇ ਵੀ ਭਾਂਡੇ ਦੇ ਵਿੱਚ ਆਪਾਂ ਲਿਕੁਇਡ ਨੂੰ ਪਾਉਂਦੇ ਹਾਂ, ਤਰਲ ਨੂੰ ਪਾਉਂਦੇ ਹਾਂ, ਕੋਈ ਵੀ ਹੈ, ਚਾਹੇ ਸ਼ਹਿਦ ਹੈ, ਪਾਣੀ ਹੈ, ਕੋਈ ਹੋਰ ਤਰਲ ਹੈ, ਉਹਨੂੰ ਜਦੋਂ ਆਪਾਂ ਕਿਸੇ ਵੀ ਭਾਂਡੇ ਦੇ ਵਿੱਚ ਪਾਉਂਦੇ ਹਾਂ, ਚਾਹੇ ਜੱਗ ਹੈ, ਗਲਾਸ ਹੈ, ਕੋਈ ਹੋਰ ਵੱਡਾ ਭਾਂਡਾ ਹੈ, ਟੱਬ ਹੈ, ਉਹਦੇ ਵਿੱਚ ਜਦੋਂ ਆਪਾਂ ਲਿਕੁਇਡ ਪਾਉਂਦੇ ਹਾਂ, ਕੋਈ ਤਰਲ ਪਾਉਂਦੇ ਹਾਂ, ਤਾਂ ਉਹ ਉਹਦੀ ਹੀ ਸ਼ੇਪ ਲੈ ਲੈਂਦਾ ਹੈ, ਜਿੱਦਾਂ ਦੀ ਉਹਦੀ ਸ਼ੇਪ ਹੁੰਦੀ ਆ। ਫਰਕ ਕੀ ਹੈ ਬਸ, ਜੇ ਆਪਾਂ ਟਾਪਾ ਅੱਧਾ ਭਰਿਆ ਤਾਂ ਅੱਧੀ ਸ਼ੇਪ ਲੈ ਲੂਗਾ, ਜੇ ਪੂਰਾ ਭਰਿਆ ਪੂਰੀ ਸ਼ੇਪ ਲੈ ਲੂਗਾ, ਜੇ 1/4 ਭਰਿਆ ਉਨੀ ਸ਼ੇਪ ਲੈ ਲੂਗਾ। ਕਲੀਅਰ? ਬਟ ਇੱਕ ਚੀਜ਼ ਜਿਹੜੀ ਹੈਗੀ ਆ ਲਿਕੁਇਡ ਦੀ, ਉਹ ਇਹ ਹੈ ਕਿ ਇਹਦਾ ਕੋਈ ਡੈਫੀਨੇਟ ਵੋਲੀਅਮ ਹੁੰਦਾ, ਠੀਕ ਆ। ਜੇ ਮੈਂ 1 ਕਿਲੋ ਲਿਕੁਇਡ ਲੈ ਲਿਆ ਤਾਂ ਇੱਕ ਸਪੈਸੀਫਿਕ ਉਹਦਾ ਵੋਲੀਅਮ ਆ, ਵੋਲੀਅਮ ਮਤਲਬ ਜਗ੍ਹਾ 3D ਦੇ ਵਿੱਚ ਕੋਈ ਇੱਕ ਜਗ੍ਹਾ ਆ ਜਿਹੜੀ ਉਹ ਘੇਰੂਗਾ, ਠੀਕ ਹੈ, ਤਾਂ ਓਨੀ ਹੀ ਘੇਰੂਗਾ, ਚਾਹੇ ਮੈਂ ਇਹਨੂੰ ਗਲਾਸ ਦੇ ਵਿੱਚ ਪਾਵਾਂ, ਚਾਹੇ ਮੈਂ ਇਹਨੂੰ ਟੱਬ ਦੇ ਵਿੱਚ ਪਾਵਾਂ, ਠੀਕ ਹੈ। ਹੁਣ ਜਿਵੇਂ ਗਲਾਸ ਦੇ ਵਿੱਚ ਪਾਇਆ, ਜਿਵੇਂ ਗਲਾਸ ਫੁੱਲ ਆਫ ਗਲਾਸ ਲੈ ਲਾ, ਠੀਕ ਹੈ, ਤਾਂ ਕੀ ਆ ਉਹ ਪੂਰੇ ਗਲਾਸ ਉਹਨੇ ਓਕੂਪਾਈ ਕੀਤਾ ਹੋਇਆ, ਤੇ ਉਹੀ ਗਲਾਸ ਜੇ ਮੈਂ ਜੱਗ ਵਿੱਚ ਪਾ ਦੇਵਾਂ ਤਾਂ ਕੀ ਹੈ, ਜੱਗ ਦਾ ਇੱਕ ਤਾਂ ਡਾਇਆਮੀਟਰ ਵੱਡਾ, ਉਹਦਾ ਮੂੰਹ ਖੁੱਲਾ ਆ, ਠੀਕ ਹੈ, ਪਾਣੀ ਓਬਵੀਅਸਲੀ ਫੈਲ ਜੂਗਾ,
ਓਬਵੀਅਸ ਜੀ ਗੱਲ ਹੈ ਕਿ ਜੱਗ ਦੇ ਵਿੱਚ ਗਲਾਸ ਕੀ ਆ ਪੂਰਾ ਫਿਲ ਨਹੀਂ ਹੋਊਗਾ, ਜਿਵੇਂ ਗਲਾਸ ਪੂਰਾ ਫਿਲ ਹੈ ਤਾਂ ਜੱਗ ਪੂਰਾ ਫਿਲ ਨਹੀਂ ਹੋਊਗਾ, ਬਟ ਜਿੰਨੀ ਉਹ ਉਸ ਪਾਣੀ ਨੇ ਗਲਾਸ 'ਚ ਜਗ੍ਹਾ ਘੇਰੀ ਸੀ ਓਨੀ ਹੀ ਉਹ ਜੱਗ ਵਿੱਚ ਘੇਰੂਗਾ। ਕਲੀਅਰ? ਸੋ ਵਾਟ ਇਜ਼ ਮਾਈ ਪੁਆਇੰਟ ਇਜ਼ that liquid has a definite volume, ਕੋਈ ਸ਼ੇਪ ਨਹੀਂ ਹੁੰਦੀ ਬਟ ਵੋਲਿਊਮ ਹੁੰਦਾ, ਤੇ ਜਿਹੜੇ ਭਾਂਡੇ ਵਿੱਚ ਪਾਇਆ ਜਾਂਦਾ ਉਹਦੀ ਸ਼ੇਪ ਲੈ ਲੈਂਦਾ। ਨਾਓ ਔਨ ਦਾ ਅਦਰ ਹੈਂਡ ਗੈਸਿਸ ਕੀ ਆ, ਗੈਸਿਸ ਹੈਜ਼ ਨਾਈਦਰ ਡੈਫੀਨੇਟ ਵੋਲਿਊਮ ਨੋਰ ਸ਼ੇਪ। ਠੀਕ ਹੈ, ਇਹਨਾਂ ਦੀ ਨਾ ਤਾਂ ਕੋਈ ਸ਼ੇਪ ਹੁੰਦੀ ਆ ਕੋਈ ਡੈਫੀਨੇਟ, ਤੇ ਨਾ ਹੀ ਕੋਈ ਡੈਫੀਨੇਟ ਵੋਲਿਊਮ ਹੁੰਦਾ। ਅ ਗੈਸ ਕੰਪਲੀਟਲੀ ਫਿਲਸ ਅਪ ਦਾ ਕੰਟੇਨਰ ਵਿਚ ਕੰਟੇਨਸ ਇਟ। ਗੈਸ ਨੂੰ ਚਾਹੇ ਤੁਸੀਂ ਕਿਸੇ ਵੀ ਕੰਟੇਨਰ ਦੇ ਵਿੱਚ ਪਾ ਦਿਓ, ਇਹਨੇ ਉਹਨੂੰ ਪੂਰਾ ਹੀ ਫਿਲ ਕਰ ਦੇਣਾ। ਜਿੱਦਾਂ ਮੈਂ ਐਗਜ਼ਾਮਪਲ ਦਿੱਤੀ ਸੀ ਕਿ ਜੇ ਮੈਂ ਇੱਕ ਗਲਾਸ ਜੱਗ ਦੇ ਵਿੱਚ ਪਾਊਂਗਾ ਪਾਣੀ, ਫੁੱਲ ਆਫ ਗਲਾਸ ਪੂਰਾ ਭਰਿਆ ਹੋਇਆ, ਤਾਂ ਉਹ ਜੱਗ ਨੂੰ ਪੂਰਾ ਨਹੀਂ ਫਿਲ ਕਰੂਗਾ। ਔਨ ਦਾ ਅਦਰ ਹੈਂਡ ਗੈਸ ਕੀ ਆ, ਜੇ ਮੈਂ ਇੱਕ ਗਲਾਸ ਫੁੱਲ, ਹਾਈਪੋਥੈਟਿਕਲ ਐਗਜ਼ਾਮਪਲ ਹੈ, ਵੀ ਵਿਲ ਡਿਸਕਸ ਲੇਟਰ, ਕਿ ਜੇ ਮੈਂ ਇੱਕ ਫੁੱਲ ਆਫ ਗਲਾਸ ਜਿਹੜਾ ਹੈਗਾ ਗੈਸ ਦਾ ਉਹ ਮੈਂ ਜੱਗ ਵਿੱਚ ਪਾ ਦੂੰਗਾ ਤਾਂ ਉਹ ਜੱਗ ਨੂੰ ਵੀ ਪੂਰਾ ਭਰ ਦਊਗਾ। ਕਲੀਅਰ? ਜੇ ਮੈਂ ਜੱਗ ਤੋਂ ਬਾਅਦ ਉਹ ਗੈਸ ਨੂੰ ਟੱਬ 'ਚ ਪਾਊਂਗਾ ਤਾਂ ਟੱਬ ਨੂੰ ਵੀ ਉਹ ਪੂਰਾ ਭਰ ਦੂ। ਸੋ ਗੈਸਿਸ ਹੈਜ਼ ਨੋ ਡੈਫੀਨੇਟ ਵੋਲਿਊਮ ਬਟ ਲਿਕੁਇਡ ਹੈਵ। ਲਿਕੁਇਡ ਦਾ ਕੋਈ ਡੈਫੀਨੇਟ ਵੋਲਿਊਮ ਆ ਬਟ ਗੈਸਿਸ ਦਾ ਕੋਈ ਡੈਫੀਨੇਟ ਨਹੀਂ ਵੋਲਿਊਮ ਹੈਗਾ। ਇਹ ਐਕਸਪੈਂਡ ਹੁੰਦੀਆਂ ਰਹਿੰਦੀਆਂ ਨੇ। ਜਿੰਨਾ ਤੁਸੀਂ ਛੋਟਾ ਕੰਟੇਨਰ ਲੈ ਲਓ ਉਹਨੂੰ ਵੀ ਭਰ ਦੇਣਗੇ, ਜੇ ਤੁਸੀਂ ਵੱਡਾ ਕੰਟੇਨਰ ਲੈਣੇ ਉਹਨੂੰ ਵੀ ਇਹ ਇਕੱਲੇ ਇਕੱਲੇ ਕੋਨੇ ਦੇ ਵਿੱਚ ਗੈਸ ਪਹੁੰਚ ਜੂਗੀ, ਜਿਹੜੀ ਵੀ ਗੈਸ ਤੁਸੀਂ ਕੰਟੇਨਰ ਦੇ ਵਿੱਚ ਪਾਈ ਹੈ। ਫਸਟ ਪੁਆਇੰਟ। ਸੈਕੰਡ ਪੁਆਇੰਟ, ਲਿਕੁਇਡ ਫਾਰਮ ਆਫ ਫ੍ਰੀ ਸਰਫੇਸ or an interface separating it from the atmosphere. What it means, as you can see in the figure also, कि liquid ਕੀ ਆ, ਜਿਵੇਂ ਕਿਸੇ ਵੀ ਕੰਟੇਨਰ ਦੇ ਵਿੱਚ ਲਿਕੁਇਡ ਪਾਣਾ ਆ, ਕੋਈ ਤਰਲ ਪਾਣਾ ਆ, ਤਾਂ ਕੀ ਆ ਇੱਕ ਸਰਫੇਸ ਫਾਰਮ ਹੁੰਦੀ ਆ। ਆਹ ਫਿਗਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਲੈਟ ਮੀ ਹਾਈਲਾਈਟ ਇਟ। This I draw in red color. This is the free surface. This is known as free surface. ਇਹ ਲਿਕੁਇਡ ਫਾਰਮ ਕਰਦੇ, ਗੈਸਿਸ ਫਾਰਮ ਨਹੀਂ ਕਰਦੇ। ਕੀ ਹੁੰਦੀ ਹੈ ਫ੍ਰੀ ਸਰਫੇਸ? ਇੱਕ ਸਰਫੇਸ ਹੈ ਕਿ ਜਿਹੜੀ ਪਾਣੀ ਨੂੰ ਬਾਹਰਲੇ ਇਨਵਾਇਰਮੈਂਟ ਤੋਂ ਅਲੱਗ ਕਰਦੀ ਆ, ਉੱਥੇ ਤੱਕ ਪਾਣੀ ਖਤਮ ਹੋ ਜਾਂਦਾ। ਇਸ ਸਰਫੇਸ ਤੋਂ ਥੱਲੇ ਪਾਣੀ, ਇਸ ਸਰਫੇਸ ਤੋਂ ਉੱਪਰ ਇਨਵਾਇਰਮੈਂਟ ਆ, ਠੀਕ ਹੈ, ਆਪਣਾ ਐਟਮੋਸਫੇਅਰ ਆ। ਕਲੀਅਰ? ਬਟ ਗੈਸਿਸ ਦੇ ਕੇਸ ਦੇ ਵਿੱਚ ਇੱਦਾਂ ਦੀ ਕੋਈ ਸਰਫੇਸ ਨਹੀਂ ਫਾਰਮ ਹੁੰਦੀ ਜਿਹੜੀ ਕਿ ਉਹਨੂੰ ਇਨਵਾਇਰਮੈਂਟ ਨਾਲ ਸੈਪਰੇਟ ਕਰ ਦੇਵੇ। ਸੈਕੰਡ ਪੁਆਇੰਟ ਹੋ ਗਿਆ। ਨੈਕਸਟ, third point, liquids can be considered as incompressible for all practical purposes. Gases are compressible. What it means, liquids ਨੂੰ ਜੇ ਮੈਂ ਕਿਸੇ ਗਲਾਸ ਦੇ ਵਿੱਚ, ਭਾਂਡੇ ਦੇ ਵਿੱਚ ਪਾ ਦੇਵਾਂ, ਉਹਦੇ ਉੱਪਰ ਜਿੰਨਾ ਗਲਾਸ ਦਾ ਡਾਇਆਮੀਟਰ ਆ ਉਹਨੇ ਦੀ ਮੈਂ ਕੋਈ ਪਿਸਟਨ ਲੈ ਲਵਾਂ, ਕੋਈ ਹੋਰ ਜਾਂ ਪਲੇਟ ਲੈ ਲਵਾਂ, ਕੋਈ ਪੀਸ ਲੈ ਲਵਾਂ। ਲੈਟ ਮੀ ਸ਼ੋ ਇਨ ਦਾ ਡਾਇਗਰਾਮ। Consider it as a single diagram. Consider that up to this, the blue color lines are glass and red color line is the level of water in this glass. So if by any means, ਕਿਸੇ ਵੀ ਤਰੀਕੇ ਨਾਲ, ਜੇ ਮੈਂ ਇੱਥੇ ਕਿਸੇ ਪਲੇਟ ਥਰੂ, ਸਪੋਜ਼ ਇੱਥੇ ਮੈਂ ਕੋਈ ਪਲੇਟ ਰੱਖਤੀ, ਕੋਈ ਵੀ ਚੀਜ਼ ਰੱਖਤੀ, ਕਲੀਅਰ? ਦਿਸ ਇਜ਼ ਸਮ ਕਾਈਂਡ ਆਫ ਪਲੇਟ, ਤੇ ਇਹਦੇ ਨਾਲ ਮੈਂ ਇਹਨੂੰ ਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਸ ਵਾਟਰ ਨੂੰ ਜੇ ਮੈਂ ਪ੍ਰੈਸ ਕਰਨ ਦੀ ਕੋਸ਼ਿਸ਼ ਕਰੂੰਗਾ ਤਾਂ ਇਹ ਕੰਪਰੈਸ ਨਹੀਂ ਹੋਊਗਾ। ਹਾਂ, ਇਹ ਜਿਹੜੀਆਂ ਗਲਾਸ ਆ ਬਲੂ ਲਾਈਨਸ ਨੇ, ਇਹ ਬ੍ਰੇਕ ਹੋ ਜਾਣਗੇ ਜੇ ਇੱਕ ਅਮਾਊਂਟ ਤੋਂ ਪ੍ਰੈਸ਼ਰ ਐਕਸੀਡ ਕਰੂਗਾ, ਕਿਉਂਕਿ ਇਹਨਾਂ ਦੀ ਕੋਈ ਲਿਮਿਟ ਹੈ ਵਾਲਸ ਦੀ। ਬਟ ਇਫ these walls have sufficient strength, ਇਹਨਾਂ
walls ਦੇ ਵਿੱਚ ਗਲਾਸ ਦੀ ਜਿਹੜੀ ਬਾਉਂਡਰੀ ਹੁੰਦੀ ਹੈ, ਬਾਹਰਲੀ ਜਿਹੜੀ ਪਰਤ ਹੈ, ਉਹਦੇ ਵਿੱਚ ਜੇ ਤਾਕਤ ਹੈਗੀ ਆ ਸਫੀਸ਼ੀਐਂਟ, ਤਾਂ ਕੀ ਹੈ, ਇਹ ਲਿਕੁਇਡ ਕੰਪਰੈਸ ਨਹੀਂ ਹੋਊਗਾ। ਜਿੰਨੀ ਇਹਦੀ ਹਾਈਟ ਹੈ ਇਹ ਇੰਨੀ ਹੀ ਰਹੇਗੀ। whatever it is height, whatever its volume, वो constant रहेगा। That's why liquids are said to be incompressible। I think it's clear। But on the other hand, same वही diagram ਦੇ ਵਿੱਚ ਜੇ ਮੈਂ ਉਸ ਤੇ ਗੈਸ ਰੱਖੀ ਹੋਊਗੀ ਤੇ ਮੈਂ ਗੈਸ ਨੂੰ yellow color ਦੇ piston ਨਾਲ ਦਬਾਉਂਗਾ ਤਾਂ ਗੈਸ ਕੀ ਆ, ਦਬ ਜੂਗੀ। Clear? Because gases have not definite volume। Fourth point, liquids have high specific mass, gases have very low specific mass। specific mass ਦਾ ਮਤਲਬ ਕੀ ਹੁੰਦਾ ਹੈ, ਇੱਕ ਤਾਂ ਹੁੰਦਾ ਮਾਸ ਵੀ ਹਾਂ ਕਿੰਨਾ ਮੈਟਰ ਹੈ ਕਿਸੇ ਚੀਜ਼ ਦੇ ਵਿੱਚ, ਕੋਈ ਵੀ ਵਾਟਰ ਲੈ ਲਿਆ ਮੈਂ, ਉਹਦੇ ਵਿੱਚ ਮੈਟਰ ਕਿੰਨਾ ਹੈ, ਠੀਕ ਹੈ। ਸਪੈਸੀਫਿਕ ਮਾਸ ਦਾ ਮਤਲਬ ਹੁੰਦਾ ਜਦੋਂ ਆਪਾਂ ਵੋਲਿਊਮ ਬਾਉਂਡ ਕਰ ਦਿੰਦੇ ਹਾਂ। we will study these, there are so many properties of fluid, specific gravity, specific weight, capillarity, viscosity, we will study in the next chapter or next session। but for now let me give a brief explanation। ਜਦੋਂ ਆਪਾਂ ਕੋਈ ਵੋਲਿਊਮ ਫਿਕਸ ਕਰ ਦਿੰਦੇ ਹਾਂ, ਮੈਂ 1 ਕਿਊਬਿਕ ਮੀਟਰ ਵੋਲਿਊਮ ਫਿਕਸ ਕਰਤਾ, 1 ਮੀਟਰ ਬਾਏ 1 ਮੀਟਰ ਬਾਏ 1 ਮੀਟਰ ਦਾ ਇੱਕ ਡੱਬਾ ਲੈ ਲਿਆ, ਉਹਦੇ ਵਿੱਚ ਮੈਂ ਲਿਕੁਇਡ ਪਾਊਂਗਾ ਤਾਂ ਉਹ ਕੀ ਹੋ ਜਾਊਗਾ, ਉਹਦਾ ਸਪੈਸੀਫਿਕ ਮਾਸ, ਠੀਕ ਹੈ। ਸੇਮ 1 ਮੀਟਰ ਬਾਏ 1 ਮੀਟਰ ਦੇ ਵਿੱਚ ਮੈਂ ਗੈਸ ਪਾਊਂਗਾ ਤਾਂ ਉਹ ਗੈਸ ਦਾ ਸਪੈਸੀਫਿਕ ਮਾਸ ਹੋ ਜਾਊਗਾ, ਠੀਕ ਹੈ। ਸੋ this is about specific mass। so what does mean high and low specific mass? ਕਿ 1 ਮੀਟਰ ਬਾਏ 1 ਮੀਟਰ ਕਿਊਬ ਦੇ ਵਿੱਚ, 1 ਮੀਟਰ ਬਾਏ 1 ਮੀਟਰ ਬਾਏ 1 ਮੀਟਰ ਦੇ ਡੱਬੇ ਦੇ ਵਿੱਚ ਲਿਕੁਇਡ ਕੀ ਆ, ਉਹਦੀ ਜ਼ਿਆਦਾ ਅਮਾਊਂਟ ਆਉਂਦੀ ਆ, ਠੀਕ ਆ। ਹਜ਼ਾਰਾਂ ਦੇ ਵਿੱਚ ਆਉਂਦੀ, 700 kg, 750 kg, 800 kg, ਕੋਈ ਵੀ ਲਿਕੁਇਡ ਪਾਵਾਂਗੇ ਆਪਾਂ, ਲਿਕੁਇਡ ਦੇ ਫਾਰਮ ਦੇ ਵਿੱਚ ਕੋਈ ਵੀ ਮਟੀਰੀਅਲ ਪਾਵਾਂਗੇ, ਉਹਦਾ ਕੀ ਆ, ਹਾਈ ਸਪੈਸੀਫਿਕ ਮਾਸ ਆਉਂਦਾ ਹੈ। 1 ਕਿਊਬਿਕ ਮੀਟਰ ਬਾਏ 1 ਮੀਟਰ ਬਾਏ 1 ਮੀਟਰ ਬਾਏ 1 ਮੀਟਰ ਦੇ ਡੱਬੇ ਦੇ ਵਿੱਚ ਲਿਕੁਇਡ ਦਾ ਮੈਂ ਕੋਈ ਵੀ ਲਿਕੁਇਡ ਪਾਊਂਗਾ, ਕੋਈ ਵੀ ਤਰਲ ਚੀਜ਼ ਪਾਊਂਗਾ, ਉਹਦਾ ਮਾਸ ਜ਼ਿਆਦਾ ਆਉਂਦਾ। ਬਟ ਗੈਸ ਦੇ ਕੇਸ ਦੇ ਵਿੱਚ ਕੀ ਹੈ, 10 ਕਿਲੋ 20 ਕਿਲੋ ਬਹੁਤ ਘੱਟ ਰਹਿ ਜਾਂਦਾ, 3 ਕਿਲੋ ਵੀ ਆ ਜਾਂਦਾ, ਠੀਕ ਹੈ। ਦਿਸ ਇਜ਼ ਅਬਾਊਟ ਸਪੈਸੀਫਿਕ ਮਾਸ, high or low। Fifth point, pressure and temperature changes have practically no considerable effect on the volume of a liquid। what it means, ਜੇ ਮੈਂ ਪ੍ਰੈਸ਼ਰ 'ਚ ਟੈਂਪਰੇਚਰ ਚੇਂਜ ਕਰ ਦੇਵਾਂ ਆਲੇ ਦੁਆਲੇ ਦਾ, ਜਿੱਥੇ ਲਿਕੁਇਡ ਹੈ, ਜਿੱਥੇ ਕੰਟੇਨ ਕੀਤਾ ਆ, ਤਾਂ ਉਹਦੇ ਉੱਤੇ ਪ੍ਰੈਕਟੀਕਲੀ ਨੋ ਕੰਸੀਡਰੇਬਲ ਮੀਨਸ ਕਿ ਨੈਗਲੀਜੀਬਲ, ਬਹੁਤ ਮਾਈਨਰ ਜਿਹਾ ਇਫੈਕਟ ਹੋਏਗਾ, ਬਟ ਉਹ ਆਪਾਂ ਨੈਗਲੈਕਟ ਕਰ ਸਕਦੇ ਹਾਂ। ਸੋ ਵੀ ਕੈਨ ਸੇ ਦੈਟ pressure and temperature changes have no effect on the volume of liquid। ਜੇ ਮੈਂ ਪਾਣੀ ਨੂੰ ਜਮਾ ਦੇਵਾਂ ਤਾਂ ਵੀ ਉਹਦਾ ਵੋਲਿਊਮ ਓਨਾ ਰਹੂਗਾ, ਜੇ ਮੈਂ ਪਾਣੀ ਨੂੰ ਉਬਾਲ ਦੇਵਾਂ ਤਾਂ ਵੀ ਉਹਦਾ ਵੋਲਿਊਮ ਓਨਾ ਹੀ ਰਹੂਗਾ। On the other hand, a gas expands infinitely in the absence of pressure and contract easily under pressure। what it means, ਗੈਸ ਜਿਹੜੀ ਹੈਗੀ ਆ, ਜੇ ਉਹਦੇ ਉੱਤੇ ਪ੍ਰੈਸ਼ਰ ਨਹੀਂ ਲਾਇਆ ਜਾਊਗਾ ਤਾਂ ਉਹ ਫੈਲਦੀ ਰਹੂਗੀ। ਇਨਫਾਈਨਾਈਟਲੀ ਮਤਲਬ ਫੈਲਦੀ ਰਹੂਗੀ, ਜਿੱਥੇ ਉਹਨੂੰ ਸਪੇਸ ਮਿਲੂਗੀ ਫੈਲਦੀ ਰਹੂਗੀ ਗੈਸ। ਐਂਡ ਆਲਸੋ ਜੇ ਉਹਨੂੰ ਕੰਟਰੈਕਟ ਕੀਤਾ ਜਾਊਗਾ ਤਾਂ ਉਹ ਈਜ਼ੀਲੀ ਕੰਟਰੈਕਟ ਵੀ ਹੋ ਜਾਊਗੀ। ਕਲੀਅਰ? ਬਿਕੋਜ਼ the reason is same as I explained in the first point, liquids have definite volume, that's why they have no effect on their volume by any means, but gases do not have definite volume, that's why they changes their volume easily। examples of liquids are water, oil, mercury, etc। whatever in liquid form, whichever it can flow, that are liquid। ਕਲੀਅਰ? ਤਰਲ ਚੀਜ਼ਾਂ ਜਿੰਨੀਆਂ ਵੀ ਨੇ ਉਹ ਲਿਕੁਇਡਸ ਨੇ। ਗੈਸਿਸ ਦੇ ਵਿੱਚ ਕੀ ਆ, 에ਅਰ, ਅਮੋਨੀਆ ਐਟਸੈਕਟਰਾ, ਜਿਹੜੇ ਗੈਸ ਦੀ ਹਵਾ ਦੀ ਫਾਰਮ ਦੇ ਵਿੱਚ ਨੇ ਉਹ ਗੈਸਿਸ ਨੇ। that's all about the brief introduction of the fluid mechanics। we will discuss the fluid properties in the next session। till now, thank you। this is Kulraj Singh, lecturer, Guru Nanak Dev Polytechnic College, Civil Department।